गुरु गरीब निवाज चौर तख्त दे मालिक तन तन श्री गुरु ग्रंथ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੇ ਹੋ, ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਆਓ ਗੁਰੂ ਦੀ ਗੱਲ ਕਰਨ ਤੋਂ ਪਹਿਲਾਂ ਦਸਮ ਪਿਤਾ ਦੀ ਬਖਸ਼ੀ ਹੋਈ ਫਤਿਹ ਨੂੰ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ ਲੜੀਵਾਰ ਕਥਾ ਪਿਛਲੇ ਹਫ਼ਤੇ 6ਵੀਂ ਪੌੜੀ ਦੀ ਵਿਆਖਿਆ ਹੋਈ ਸੀ। ਗੁਰੂ ਸਾਹਿਬ ਨੇ 6ਵੀਂ ਪੌੜੀ ਦੇ ਵਿੱਚ ਇਹੀ ਸਮਝਾਉਣ ਦਾ ਯਤਨ ਕੀਤਾ ਹੈ ਕਿ ਐ ਬੰਦੇ, ਤੂੰ ਉਹੀ ਕਰਮ ਕਰ ਜੋ ਉਸ ਮਾਲਕ ਨੂੰ ਭਾ ਜਾਣ। ਤੇਰੇ ਤੀਰਥ ਇਸ਼ਨਾਨ ਕਰਨ ਦਾ, ਹੋਰ ਸਭ ਜਿੰਨੇ ਵੀ ਕਰਮ ਹਨ ਜੋ ਉਸ ਗੁਰੂ ਦੀ ਪ੍ਰਾਪਤੀ ਲਈ ਕੀਤੇ ਜਾਂਦੇ ਹਨ, ਤੀਰਥਾਂ ਦੇ ਇਸ਼ਨਾਨ ਜਾਂ ਹੋਰ ਕਈ ਤਰ੍ਹਾਂ ਦੇ ਸਾਧਨ ਹਨ ਜਿਨ੍ਹਾਂ ਨੂੰ ਗੁਰੂ ਤੱਕ ਪਹੁੰਚਣ ਦਾ ਮਾਰਗ ਦੱਸਿਆ ਜਾਂਦਾ ਹੈ। ਪਰ ਤੂੰ ਉਹੀ ਕੰਮ ਕਰ, ਉਹੀ ਚੀਜ਼ ਕਰ ਜਿਹਦੇ ਨਾਲ ਜਿਹੜੀ ਉਸ ਪਰਮਾਤਮਾ ਨੂੰ ਭਾ ਜਾਵੇ। ਸਾਨੂੰ ਉਹ ਹੀ ਕਰਮ ਕਰਨੇ ਚਾਹੀਦੇ ਹਨ ਜੋ ਉਸ ਪਰਮਾਤਮਾ ਨੂੰ ਭਾ ਜਾਣ। ਜੇ ਅਸੀਂ ਕੋਈ ਕਰਮ ਕਰੀਏ ਉਸ ਪਿਤਾ ਦੇ ਦਰ ਤੇ ਪ੍ਰਵਾਨ ਨਾ ਹੋਵੇ ਤਾਂ ਉਹ ਕਰਮ ਜਿਹੜਾ ਹੈ ਉਹ ਵਿਅਰਥ ਚਲੇ ਜਾਂਦਾ ਹੈ। ਅੱਜ ਗੁਰੂ ਸਾਹਿਬ ਦੀ ਮਿੱਠੀ ਬਾਣੀ ਜਪਜੀ ਸਾਹਿਬ ਜੀ ਦੇ 7ਵੀਂ ਪੌੜੀ ਸ਼ੁਰੂ ਕਰਨ ਜਾ ਰਹੇ ਹਾਂ। 7ਵੀਂ ਪੌੜੀ ਦੇ ਵਿੱਚ ਜੋ ਗੁਰੂ ਸਾਹਿਬ ਦੱਸਦੇ ਹਨ, ਆਓ ਸਰਵਣ ਕਰੋ। ਜੇ ਜੁਗ ਚਾਰੈ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੇ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਤਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਤੇਹਾ ਕੋਇ ਨ ਸੁਝਈ ਜੇ ਤਿਸ ਗੁਣ ਕੋਇ ਕਰੇ। ਜਪਜੀ ਸਾਹਿਬ ਦੀ 7ਵੀਂ ਪੌੜੀ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਨਸਾਨ ਦੀ ਬੁਨਿਆਦੀ ਲਾਲਸਾ, ਉਸ ਦੀ ਖਾਹਿਸ਼, ਉਸ ਦੀ ਚਾਹਤ ਦਾ ਜ਼ਿਕਰ ਕਰਦੇ ਹਨ। ਇਨਸਾਨ ਦੇ ਪ੍ਰਾਣਾਂ ਦੇ ਗਹਿਰੇ ਤਲ ਦੇ ਵਿੱਚ ਇਹ ਆਸ ਬਹੁਤ ਪ੍ਰਬਲ ਹੈ ਕਿ ਮੈਂ ਬਹੁਤ ਜ਼ਿਆਦਾ ਦੇਰ ਤੱਕ ਜੀਵਾਂ, ਮੇਰੀ ਆਰਜ਼ੂ ਬਹੁਤ ਲੰਬੀ ਹੋਵੇ। ਇਹ ਹਰ ਇਨਸਾਨ ਦੀ ਇੱਛਾ ਹੈ। ਲੰਬੀ ਆਰਜ਼ੂ ਦਾ ਹੋਣਾ ਇਹ ਪਹਿਲੀ ਲਾਲਸਾ ਹੈ ਇਨਸਾਨ ਦੀ। ਅਗਰ ਕੋਈ ਬਜ਼ੁਰਗ ਕਿਸੇ ਬੱਚੇ ਨੂੰ ਆਸ਼ੀਰਵਾਦ ਦਿੰਦਾ ਹੈ ਤਾਂ ਇਹੀ ਕਹਿੰਦਾ ਹੈ ਕਿ ਪਰਮਾਤਮਾ ਤੇਰੀ ਲੰਬੀ ਉਮਰ ਕਰੇ, ਤੂੰ ਬਹੁਤ ਲੰਬੀ ਉਮਰ ਭੋਗੇ। ਪਰ ਇਸ ਨੂੰ ਆਸ਼ੀਰਵਾਦ ਨਹੀਂ ਸਮਝਣਾ ਚਾਹੀਦਾ। ਬਹੁਤ ਸਾਰੇ ਧਰਤੀ ਦੇ ਉੱਤੇ ਦਰਖਤ ਹਨ ਜਿਨ੍ਹਾਂ ਦੀ ਉਮਰ 2-2 ਹਜ਼ਾਰ ਸਾਲ ਹੈ। ਅਜਗਰ ਸੱਪ ਬਹੁਤ ਲੰਬੀ ਉਮਰ ਜਿਉਂਦਾ ਹੈ। ਜਲ ਦੇ ਵਿੱਚ ਵੀ ਕਈ ਮੱਛੀਆਂ ਐਸੀਆਂ ਹਨ ਜਿਨ੍ਹਾਂ ਦੀ ਉਮਰ 5-5 ਸਾਲ ਤੋਂ 500 ਸਾਲ ਤੋਂ ਵੀ ਜ਼ਿਆਦਾ ਤੱਕ ਉਹ ਜਿਉਂਦੀਆਂ ਰਹਿੰਦੀਆਂ ਹਨ। ਜ਼ਿਆਦੀ ਦੇਰ ਤੱਕ ਜਿਉਣਾ ਇਹ ਕੋਈ ਵਡਿਆਈ ਨਹੀਂ ਹੈ। ਸਫਲ ਜਿਉਣਾ, ਧਰਮ ਦੇ ਰਹਿਤ ਜਿਉਣਾ, ਸੱਚਾਈ ਤੇ ਜਿਉਣਾ ਉਹ ਵਡਿਆਈ ਹੈ। ਸਫਲ ਜਿਉਣਾ ਵਡਿਆਈ ਹੈ, ਨਾ ਕਿ ਬਹੁਤ ਜ਼ਿਆਦਾ ਜਿਉਣਾ ਵਡਿਆਈ ਹੈ। ਇੱਕ ਬਜ਼ੁਰਗ ਹੈ, ਹੱਡੀਆਂ ਦੀ ਮੁੱਠ ਬਣ ਚੁੱਕਾ ਹੈ,
दिन रात दर्द की तड़प दे विच है, पर जिउण की प्रबल इच्छा उस दे अंदर भी है। वो भी जिउना चाहता है, क्योंकि इंसान दे अंदर जो चीज़ है वो खत्म नहीं होना चाहता, वो हमेशा रहना चाहता है, लंबी तो लंबी उम्र भोगना चाहता है। ये इंसान दी पहली भुख है। हुण ज्यादा जीउण दे नाल नाल गुरु साहब की कहंदे हन, जे जुग चारे आरजा, ऐ इंसान जे तेरी उम्र, जुगां दा वर्णन पुराणिक ग्रंथां दे विच आया है कि एक एक जुग दी उम्र लखां वरे है। हुण गुरु साहब वर्णन करदे हन, जे जुग चारे आरजा, ऐ बंदे जे तेरी 4 जुगां दी उम्र होवे, इन्नी ही क्यों इस तो भी 10 गुना होर दसूनी होए। जे जुग चारे आरजा, दे तेरी उम्र 4 जुगां जिन्नी होवे, होर दसूनी होवे, इतनी भी क्यों इस तो भी 10 गुना वध जावे। अज तक इस जमीन दे उत्ते इतनी उम्र किसी दी नहीं हुई जितनी गुरु साहब ने वर्णन किया है। ये इंसान दी जो पहली भुख है उसका वर्णन करते हैं कि ए बंदे, जे तू 4 जुगां तक जीवें, 4 जुग ही क्यों वो भी दुगने 10 गुना होर वध जाण, जे तेरी उम्र इन्नी हो जावे। अगे गुरु साहब कहंदे हन, नवां खंडां विच जाणीए, नाल चलै सब कोए। हुण गुरु साहब कल्ला ज्यादा जीवना ही इंसान दी ख्वाहिश नहीं है। बंदे दी एक ख्वाहिश जिहड़ी दूसरी भुख, जिहड़ी दूसरी बुनियादी भुख है, वो है कि मैनू हर बंदा जाने, मेरी दुनिया दे विच वाकफियत होवे। कुछ लोग तो ऐसे हुंदे हन जिन्हां दा सिर्फ घर तक ही वातावरण हुंदा है, उसनूं घर दी 4 दीवारी दे अंदर ही लोग जाणदे हन। कुछ दा उस तों वध हो जांदा है, उसनूं मुहल्ले वाले जाणदे हन। कई लोग उन्होंने देश शहर जाणदा है, कुछ दी इस तों भी वध प्रतिष्ठा हो जाती है, उसनूं सारा देश जानता है। और कदे कदे कई इंसान ते ऐसे बन जाते हैं जिन्हां दा नां सारे संसार दे विच हुंदा है, हर बंदे नूं पता हुंदा है कि इस तरह दा भी कोई बंदा है, उहदी प्रतिष्ठा सारे संसार दे विच हुंदी है। और इंसान दी ये भुख है कि मैनू हर बंदा जाने और हर एक जुबान दे उत्ते मेरी ही कीर्ति होवे, मेरी ही शोभा होवे। गुरु साहब कहंदे हन, नवां खंडां विच जाणीए, ऐ बंदे जे तेरी शोभा इतनी हो जावे, तेनू पृथ्वी दे 9 खंडां दे विच ही सब नू पता होवे कि इस प्रकार दा कोई इंसान है, तेरी इतनी वाकफियत हो जावे, तेरी इतनी प्रतिष्ठा हो जावे, तेरी इतनी इज्जत हो जावे, नाल चले सब कोए, हर बंदे दी जुबान ते तेरा ना होवे, ते जो भी तू कवें वो हर बंदा मन्ने, नाल चले सब कोए, सारे ही तेरे नाल चलन ते किसी दी की मजाल होवे कि तेरे सामने खड़ा हो जावे। हुण गुरु साहब कहंदे हन कि तेरी उम्र 4 जुगां जिन्नी लंबी, उतनी ही क्यों उस तों भी 10 गुना वध होवे। ये इंसान दी पहली भुख। दूसरी भुख कि तैनू नवां खंडां दे विच, पृथ्वी दे नवां खंडां दे विच ही जाणिया जावे ते हर बंदा तेरे नाल तुरे, हर बंदा तेरी गल मन्ने, जो तू कवें किसी दी मजाल ना होवे कि वो तेरे सामने खड़ा हो जावे। हुण अगे गुरु साहब कहंदे हन, चंगा नाउं रखाए कै, जस कीरत जग ले। तेरा नाउं जिहड़ा है उसनूं लोग चंगा चंगा आखण, हर इंसान तेरे गुण गावे, हर रसना ते तेरा नाम होवे कि वो बड़ा चंगा इंसान है, उसका नाम जिहड़ा है वो चंगा हो जावे इस जग दे उत्ते, ते उहदे
ਨਾਲ ਸਾਰੇ ਚੱਲਣ, ਚੰਗਾ ਨਾ ਹੋਵੇ ਜਸ ਕੀਰਤ ਜਗ ਲੇ। ਕਿ ਉਸ ਦੀ ਜਿਹੜੀ ਕੀਰਤੀ ਹੈ, ਉਸ ਦਾ ਜਿਹੜਾ ਜਸ ਹੈ, ਉਹ ਹਰ ਜ਼ੁਬਾਨ ਗਾਵੇ। ਹਰ ਇਨਸਾਨ ਦੇ ਬੰਦੇ ਦੇ ਜ਼ੁਬਾਨ ਦੇ ਉੱਤੇ ਉਸ ਦੀ ਕੀਰਤੀ ਹੋਵੇ। ਹੁਣ ਇਹ ਸਭ ਕੁਝ ਦੱਸਦੇ ਹੋਏ ਗੁਰੂ ਸਾਹਿਬ ਕਹਿੰਦੇ ਹਨ ਕਿ ਇਨਸਾਨ ਦੀ ਜਿਤਨੀ ਵੀ ਲੰਬੀ ਉਮਰ ਦੀ ਉਹ ਆਰਜ਼ਾ ਕਰਦਾ ਹੈ, ਉਹਦੇ ਵਿੱਚ ਕੀ ਹੈ ਕਿ ਉਹ ਜਿਉਣਾ ਹੀ ਨਹੀਂ ਚਾਹੁੰਦਾ, ਬਹੁਤ ਜ਼ਿਆਦਾ ਜਿਉਣਾ ਚਾਹੁੰਦਾ ਹੈ। ਔਰ ਦੂਸਰੀ ਗੱਲ ਹੈ, ਉਹ ਚਾਹੁੰਦਾ ਹੈ ਕਿ ਮੇਰੀ ਜਿਹੜੀ ਪ੍ਰਸ਼ੰਸਾ ਹੈ, ਮੇਰਾ ਜਿਹੜਾ ਜ਼ਿਕਰ ਹੈ, ਉਹ ਹਰ ਜ਼ੁਬਾਨ ਤੇ ਹੋਵੇ, ਹਰ ਬੰਦਾ ਮੈਨੂੰ ਚੰਗਾ ਚੰਗਾ ਕਵੇ, ਮੇਰਾ ਨਾਂ ਚੰਗਾ ਹੋ ਜਾਵੇ, ਹਰ ਇੱਕ ਮੇਰੀ ਕੀਰਤੀ ਕਰੇ। ਔਰ ਜਿੰਨੀ ਜ਼ਿਆਦਾ ਪ੍ਰਬਲ ਇੱਛਾ ਇਨਸਾਨ ਦੇ ਜਿਉਣ ਦੀ ਹੈ, ਉਤਨਾ ਹੀ ਮੌਤ ਦਾ ਡਰ ਹੈ। ਹੁਣ ਜਿਉਣਾ ਹਰ ਕੋਈ ਚਾਹੁੰਦਾ ਹੈ, ਪਰ ਉੱਥੇ ਡਰ ਕਿਸ ਚੀਜ਼ ਦਾ ਹੈ? ਮਰਨ ਦਾ ਹੈ। ਬੰਦੇ ਦੇ ਮਨ ਦੇ ਵਿੱਚ ਇਹ ਚੀਜ਼ ਹੁੰਦੀ ਹੈ, ਮੈਂ ਕਿਤੇ ਮਰ ਨਾ ਜਾਵਾਂ, ਮੇਰੀ ਬਣੀ ਬਣਾਈ ਜਿਹੜੀ ਸਾਰੀ ਪ੍ਰਤਿਸ਼ਠਾ ਹੈ, ਜਿਹੜਾ ਮੇਰਾ ਬਣਿਆ ਬਣਾਇਆ ਖੇਡ ਹੈ, ਉਹ ਕਿਤੇ ਵਿਗੜ ਨਾ ਜਾਵੇ। ਇਸ ਤਰ੍ਹਾਂ ਜੇ ਇਨਸਾਨ ਦੀ ਬਹੁਤ ਜ਼ਿਆਦਾ ਜਿਉਣ ਦੀ ਲਾਲਸਾ ਹੈ ਤੇ ਉਸ ਦਾ ਉਤਨਾ ਹੀ ਜ਼ਿਆਦਾ ਮਰਨ ਦਾ ਡਰ ਹੈ। ਕਿਉਂਕਿ ਜੀਵਨ ਦੀ ਜਿਤਨੀ ਵੱਡੀ ਲਾਲਸਾ, ਉਤਨਾ ਵੱਡਾ ਹੀ ਮਰਨ ਦਾ ਡਰ। ਅੱਗੇ ਗੁਰੂ ਸਾਹਿਬ ਕਹਿੰਦੇ ਹਨ, ਜੇ ਤਿਸ ਨਦਰ ਨਾ ਆਵਈ। ਇਹ ਬੰਦੇ, ਜੇ ਤੇਰੀ ਉਮਰ 4 ਯੁੱਗਾਂ ਤੱਕ ਉਸ ਤੋਂ 10 ਗੁਣਾ ਜ਼ਿਆਦਾ ਹੋ ਜਾਵੇ, ਤੈਨੂੰ ਨਵਖੰਡ ਧਰਤੀ ਦੇ ਉੱਤੇ ਹਰ ਪ੍ਰਾਣੀ ਜਾਣਦਾ ਹੋਵੇ, ਤੇਰੀ ਇਤਨੀ ਵਾਕਫੀਅਤ ਹੋਵੇ, ਤੇਰੇ ਨਾਲ ਹਰ ਕੋਈ ਚੱਲਦਾ ਹੋਵੇ, ਤੇਰੀ ਕੋਈ ਗੱਲ ਨਾ ਕੱਟਦਾ ਹੋਵੇ, ਤੇਰਾ ਨਾਮ ਵੀ ਚੰਗਾ ਹੋਵੇ, ਸਭ ਤੈਨੂੰ ਚੰਗਾ ਚੰਗਾ ਆਖਣ, ਹਰ ਜ਼ੁਬਾਨ ਤੇ ਤੇਰੀ ਕੀਰਤੀ ਹੋਵੇ, ਪਰ ਜੇ ਤਿਸ ਨਦਰ ਨਾ ਆਵਈ। ਇਹ ਬੰਦੇ, ਇਤਨਾ ਕੁਛ ਹੋਣ ਦੇ ਬਾਵਜੂਦ ਜੇਕਰ ਤੂੰ ਉਸ ਪਰਮਾਤਮਾ ਦੀ ਨਿਗਾਹ ਦੇ ਥੱਲੇ ਨਾ ਆਇਆ, ਤੂੰ ਸਾਰੀ ਦੁਨੀਆ ਦੀ ਪ੍ਰਤਿਸ਼ਠਾ ਪ੍ਰਾਪਤ ਕਰ ਲਈ, ਮਾਣ ਪ੍ਰਾਪਤ ਕਰ ਲਿਆ, ਸਭ ਕੁਝ ਪ੍ਰਾਪਤ ਕਰ ਲਿਆ, ਪਰ ਜੇ ਤੂੰ ਉਸ ਪਰਮਾਤਮਾ ਦੀ ਨਜ਼ਰ ਦੇ ਹੇਠ ਨਾ ਆਇਆ, ਤਾਂ ਬਾਤ ਨਾ ਪੁੱਛੇ ਕਿ ਤੇਰੀ ਅੱਗੇ ਚੱਲ ਕੇ ਕਿਸੇ ਨੇ ਬਾਤ ਨਹੀਂ ਪੁੱਛਣੀ। ਕਿਉਂਕਿ ਤੂੰ ਜੋ ਕੁਝ ਵੀ ਕਰ ਰਿਹਾ ਹੈ, ਜੋ ਕੁਝ ਵੀ ਤੂੰ ਕੀਤਾ ਹੈ, ਤੂੰ ਆਪਣੀ ਪ੍ਰਤਿਸ਼ਠਾ ਲਈ, ਆਪਣੀ ਲੰਬੀ ਉਮਰ ਦੇ ਲਈ, ਆਪਣੀ ਵਾਕਫੀਅਤ ਦੇ ਲਈ ਤੂੰ ਮਨੁੱਖਾਂ ਤੋਂ ਉੱਪਰ ਉੱਠਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਹ ਬੰਦੇ, ਤੂੰ ਉਸ ਪਰਮਾਤਮਾ ਦੀ ਨਜ਼ਰ ਦੇ ਹੇਠ ਆਉਣ ਦੀ ਕੋਸ਼ਿਸ਼ ਨਹੀਂ ਕੀਤੀ। ਦੁਨੀਆ ਦੀ ਨਜ਼ਰ ਦੇ ਵਿੱਚ ਉੱਚਾ ਉੱਠ ਜਾਣਾ ਇਹ ਆਸਾਨ ਗੱਲ ਹੈ, ਇਹ ਕੋਈ ਇਤਨੀ ਵੱਡੀ ਗੱਲ ਨਹੀਂ ਹੈ। ਪਰ ਜੇ ਉਸ ਪਰਮਾਤਮਾ ਦੀ ਨਜ਼ਰ ਦੇ ਥੱਲੇ ਨਾ ਆਵੇ, ਤਾਂ ਇਹ ਗੱਲ ਜਿਹੜੀ ਹੈ, ਇਹ ਸਾਰਾ ਜੀਵਨ ਜੋ ਵੀ ਉਸਨੇ ਕੀਤਾ ਹੈ, ਇਹ ਲੰਬੀ ਉਮਰ, ਇਹ ਸਭ ਕੁਝ ਇਹ ਵਿਅਰਥ ਚਲੇ ਜਾਂਦਾ ਹੈ। ਹੁਣ ਮੌਤ ਦਾ ਡਰ, ਹੁਣ ਇਨਸਾਨ ਸੱਪ ਕੋਲੋਂ ਨਹੀਂ ਡਰਦਾ। ਸੱਪ ਦੇ ਅੰਦਰ ਛੁਪੀ ਹੋਈ ਜਿਹੜੀ ਉਸਦੀ ਮੌਤ ਉਸਨੂੰ ਨਜ਼ਰ ਆਉਂਦੀ ਹੈ, ਉਸ ਤੋਂ ਡਰਦਾ ਹੈ। ਇਨਸਾਨ ਸ਼ੇਰ ਕੋਲੋਂ ਨਹੀਂ ਡਰਦਾ, ਲੇਕਿਨ ਸ਼ੇਰ ਦੇ ਅੰਦਰ ਜੋ ਉਸਦੀ ਮੌਤ ਹੈ, ਉਸ ਤੋਂ ਡਰਦਾ ਹੈ। ਇਨਸਾਨ ਦੀ ਜਿਹੜੀ ਮੌਤ ਹੈ, ਉਹ ਇਤਿਹਾਸਕਾਰਾਂ ਨੇ ਜਿਹੜੀ ਹੈ ਬਹੁਤ ਤਰ੍ਹਾਂ ਦੀ ਮੰਨੀ ਹੈ। ਉਹਦੇ ਵਿੱਚ ਆਰਥਿਕ ਮੌਤ, ਕੋਈ ਇਨਸਾਨ ਦਿਵਾਲੀਆ ਹੋ ਗਿਆ, ਉਸਦੇ ਕੋਲ ਕੋਈ ਪੈਸਾ ਨਹੀਂ, ਉਸਨੇ ਸਭ ਦੇ ਦੇਣੇ ਹੀ ਦੇਣੇ ਹਨ, ਕਿਸੇ ਕੋਲੋਂ ਲੈਣਾ ਨਹੀਂ ਹੈ, ਦੇਣਦਾਰ ਹੋ ਗਿਆ ਹੈ, ਸਭ ਦਾ ਦਿਵਾਲੀਆ ਹੋ ਗਿਆ ਹੈ, ਤੇ ਲੋਕਾਂ ਦੀ ਜ਼ੁਬਾਨ ਦੇ ਉੱਤੇ ਚਰਚਾ ਹੋ ਜਾਂਦੀ ਹੈ ਕਿ ਇਸ ਇਨਸਾਨ ਦੀ ਤਾਂ ਅਰਥ ਦੀ ਦੁਨੀਆ ਦੇ ਵਿੱਚ ਮੌਤ ਹੋ ਗਈ ਹੈ। ਇਹ ਅਰਥ ਦੇ ਤੌਰ ਤੇ, ਇਹ ਆਰਥਿਕ ਤੌਰ ਤੇ ਜਿਹੜਾ ਹੈ, ਇਹ ਇਨਸਾਨ ਮਰ ਗਿਆ ਹੈ। ਇਹ ਵੀ ਇੱਕ ਮਰਨਾ ਹੈ। ਮਰਨ ਇੱਕ ਦਾ ਡਰ ਨਹੀਂ ਹੈ, ਇਹ ਸਾਰੇ ਹੀ ਜੋ ਹੈ, ਇਹ ਜਿਉਂਦੇ ਜੀ ਜੋ ਮਰਨਾ ਹੈ, ਇਹ ਵੀ ਇੱਕ ਮਰਨਾ ਹੈ। ਆਰਥਿਕ ਤੌਰ ਤੇ ਮਰ ਜਾਣਾ, ਇਨਸਾਨ ਦੇ ਕੋਲ ਕੁਝ ਨਾ ਰਹਿ ਜਾਣਾ। ਦੂਸਰੀ ਮੌਤ ਮੰਨੀ ਹੈ ਰਾਜਨੀਤਿਕ ਮੌਤ। ਕਿਸੇ ਇਨਸਾਨ ਦਾ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਜਗ੍ਹਾ ਹੈ,
ਅਚਾਨਕ ਉਸ ਦਾ ਰਾਜਨੀਤੀ ਦੇ ਵਿੱਚ ਸਾਰਾ ਕੁਝ ਖੁੱਸ ਜਾਂਦਾ ਹੈ, ਉਹ ਬੰਦਾ ਸੜਕ ਤੇ ਆ ਜਾਂਦਾ ਹੈ। ਇਹ ਰਾਜਨੀਤਿਕ ਮੌਤ ਹੈ। ਇਸੇ ਕਰਕੇ ਹੀ ਰਾਜਨੀਤਿਕ ਲੋਕ ਜੋ ਛੇਤੀ ਕੁਰਸੀ ਨਹੀਂ ਛੱਡਦੇ ਹਨ, ਉਹਨਾਂ ਦਾ ਕਾਰਨ ਇਹੀ ਹੈ, ਉਹ ਤਾਂ ਹੀ ਇਤਨਾ ਕੁਝ ਕਰਦੇ ਹਨ ਜਾਂ ਇਤਨਾ ਵਿਅਰਥ ਦੇ ਕੰਮ, ਇਤਨੀਆਂ ਜਾਨਾਂ ਵੀ ਲੈ ਜਾਂਦੇ ਹਨ ਕਿ ਉਹ ਆਪਣੀ ਜਿਹੜੀ ਰਾਜਨੀਤਿਕ ਮੌਤ ਹੈ ਉਹ ਨਹੀਂ ਚਾਹੁੰਦਾ। ਇਹ ਦੂਸਰੀ ਤਰ੍ਹਾਂ ਦੀ ਮੌਤ ਹੈ। ਤੀਸਰੀ ਤਰ੍ਹਾਂ ਦੀ ਮੌਤ ਹੈ ਸਮਾਜਿਕ ਮੌਤ। ਸਮਾਜਿਕ ਮੌਤ ਕਿਸੇ ਤਰ੍ਹਾਂ ਦਾ ਇਨਸਾਨ ਦੇ ਮੱਥੇ ਤੇ ਕਲੰਕ ਲੱਗ ਜਾਣਾ, ਕਿਸੇ ਤਰ੍ਹਾਂ ਦਾ ਕੋਈ ਦਾਗ ਲੱਗ ਜਾਣਾ ਬੰਦੇ ਦੇ ਮੱਥੇ ਤੇ, ਇਹ ਸਮਾਜਿਕ ਮੌਤ ਹੈ। ਦੁਨੀਆ ਦੇ ਵਿੱਚ ਇਹ ਚਰਚਾ ਸ਼ੁਰੂ ਹੋ ਜਾਂਦੀ ਹੈ ਕਿ ਇਸ ਬੰਦੇ ਦੇ ਕਲੰਕ ਲੱਗ ਗਿਆ ਹੈ, ਦਾਗ ਲੱਗ ਗਿਆ ਹੈ, ਮੁਸ਼ਕਿਲ ਹੈ ਕਿ ਦੁਬਾਰਾ ਇਸ ਬੰਦੇ ਦੀ ਪ੍ਰਤਿਸ਼ਠਾ ਬਣ ਸਕੇ, ਦੁਬਾਰਾ ਇਸ ਬੰਦੇ ਨੂੰ ਮਾਣ, ਇਸ ਬੰਦੇ ਨੂੰ ਇੱਜ਼ਤ ਮਿਲ ਸਕੇ। ਇਹ ਨਾਮੁਮਕਿਨ ਹੈ। ਇਹ ਆਮ ਚਰਚਾ ਹੋ ਜਾਂਦੀ ਹੈ। ਇਹ ਤੀਸਰੀ ਤਰ੍ਹਾਂ ਦੀ ਮੌਤ ਹੈ ਸਰੀਰਕ ਮੌਤ। ਸਰੀਰਕ ਮੌਤ ਆਉਂਦੇ ਹੋਏ ਸਵਾਸਾਂ ਦਾ ਰੁਕ ਜਾਣਾ, ਚਲਦੇ ਹੋਏ ਸਾਹ ਰੁਕ ਜਾਣੇ, ਸਰੀਰਕ ਮੌਤ। ਜਿਹੜੀਆਂ ਦੂਸਰੀਆਂ ਮੌਤਾਂ ਹਨ ਉਹਦੇ ਵਿੱਚ ਵੀ ਇਹ ਹੈ, ਜੋ ਇੱਕ ਵਾਰ ਰੁਕ ਗਿਆ ਉਹ ਦੁਬਾਰਾ ਨਹੀਂ, ਦੁਬਾਰਾ ਉਸ ਦੀ ਪ੍ਰਾਪਤੀ ਨਹੀਂ। ਇਸੇ ਤਰ੍ਹਾਂ ਸਰੀਰਕ ਮੌਤ ਦੇ ਵਿੱਚ ਇਨਸਾਨ ਚਲਾ ਗਿਆ, ਦੁਬਾਰਾ ਨਹੀਂ ਆ ਸਕਦਾ। ਇਸੇ ਤਰ੍ਹਾਂ ਹੀ ਚਰਚਾ ਦੂਸਰੀਆਂ ਜਿਹੜੀਆਂ ਮੌਤਾਂ ਹਨ ਉਹਨਾਂ ਦੇ ਵਿੱਚ ਹੁੰਦੀ ਹੈ। ਇੱਕ ਹੁੰਦੀ ਹੈ ਬੌਧਿਕ ਮੌਤ। ਇਨਸਾਨ ਸਰੀਰਕ ਤੌਰ ਤੇ ਜਿੰਦਾ ਹੈ, ਪਰ ਬੁੱਧੀ ਦੇ ਵਿੱਚ ਆਉਣ ਵਾਲੇ ਵਿਚਾਰਾਂ ਦੀ ਧਾਰਾ ਰੁਕ ਗਈ ਹੈ, ਮਤ ਦੇ ਵਿੱਚ ਆਉਣ ਵਾਲੇ ਵਿਚਾਰ ਰੁਕ ਗਏ ਹਨ, ਉਹ ਮਨੁੱਖਤਾ ਦੇ ਤਲ ਤੋਂ ਥੱਲੇ ਚਲਾ ਗਿਆ ਹੈ। ਇੱਥੋਂ ਤੱਕ ਕਿ ਉਹ ਕਦੇ ਕਦੇ ਪਸ਼ੂਆਂ ਦੇ ਤਲ ਤੋਂ ਵੀ ਥੱਲੇ ਚਲਾ ਜਾਂਦਾ ਹੈ, ਲੇਕਿਨ ਉਹ ਸਰੀਰਕ ਤੌਰ ਤੇ ਜਿੰਦਾ ਹੈ, ਪਰ ਉਸ ਦੀ ਬੌਧਿਕ ਤੌਰ ਤੇ ਮੌਤ ਹੋ ਗਈ ਹੈ। ਇਸ ਤਰ੍ਹਾਂ ਸੰਸਾਰ ਦੇ ਵਿੱਚ ਉਸ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਇਸ ਦੀ ਹੁਣ ਬੁੱਧੀ ਕੰਮ ਨਹੀਂ ਕਰਦੀ, ਉਸ ਨੂੰ ਪਾਗਲ ਦਾ ਦਰਜਾ ਦੇ ਦਿੱਤਾ ਜਾਂਦਾ ਹੈ। ਜਿਸ ਤਰ੍ਹਾਂ ਸਾਨੂੰ ਦਰਿੰਦੇ ਪਸ਼ੂਆਂ ਤੋਂ ਡਰ ਲੱਗਦਾ ਹੈ, ਉਸੇ ਤਰ੍ਹਾਂ ਹੀ ਸਾਨੂੰ ਪਾਗਲ ਤੋਂ ਵੀ ਡਰ ਲੱਗਦਾ ਹੈ। ਇੱਕ ਮੌਤ ਹੋਰ ਦੱਸੀ ਹੈ ਗੁਰੂ ਸਾਹਿਬ ਨੇ, ਆਖਾਂ ਜੀਵਾਂ ਵਿਸਰੈ ਮਰ ਜਾਓ। ਰੂਹਾਨੀ ਮੌਤ, ਧਾਰਮਿਕ ਮੌਤ। ਇਨਸਾਨ ਸਰੀਰਕ ਤੌਰ ਤੇ ਜਿੰਦਾ ਹੈ, ਬੌਧਿਕ ਤੌਰ ਤੇ ਜਿੰਦਾ ਹੈ, ਆਰਥਿਕ ਸਭ ਤਰੀਕਿਆਂ ਨਾਲ ਉਹ ਜਿੰਦਾ ਹੈ, ਹਰ ਕੋਈ ਮੌਤ ਨਹੀਂ ਹੈ, ਪਰ ਉਸ ਇਨਸਾਨ ਦੇ ਅੰਦਰ ਉਸ ਪਰਮਾਤਮਾ ਦਾ ਨਾਮ ਨਾ ਆਉਣਾ, ਉਸ ਪਰਮਾਤਮਾ ਨੂੰ ਭੁੱਲ ਜਾਣਾ। ਗੁਰੂ ਸਾਹਿਬ ਕਹਿੰਦੇ ਨੇ, ਮਰਣੰ ਬਿਸਰੰ ਗੋਬਿੰਦੈ, ਜੀਵਨੰ ਹਰ ਨਾਮ ਧਿਆਵਣੇ। ਜਿਉਂਦੇ ਜੀ ਉਸ ਪਰਮਾਤਮਾ ਦਾ, ਉਸ ਅਕਾਲ ਪੁਰਖ ਦਾ ਜਿਹੜਾ ਨਾਮ ਹੈ ਉਸ ਨੂੰ ਭੁੱਲ ਜਾਣਾ। ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਸ ਪਰਮਾਤਮਾ ਦੀ, ਉਸ ਅਕਾਲ ਪੁਰਖ ਦੀ ਬੰਦਗੀ, ਉਹਦਾ ਨਾਮ ਤੁਹਾਡੇ ਮਨ ਦੇ ਵਿੱਚ ਨਾ ਹੋਣਾ, ਇਨਸਾਨ ਦੇ ਮਨ ਦੇ ਵਿੱਚ ਨਾ ਹੋਣਾ, ਹਿਰਦੇ ਦੇ ਕਿਸੇ ਵੀ ਕੋਨੇ ਦੇ ਵਿੱਚ ਉਸ ਪਰਮਾਤਮਾ ਦੇ ਲਈ ਜਗ੍ਹਾ ਨਾ ਹੋਣੀ, ਉਸ ਨੂੰ ਵਿਸਰ ਜਾਣਾ, ਇਹ ਧਾਰਮਿਕ ਮੌਤ ਹੈ। ਉਸ ਨੂੰ ਕਿਹਾ ਜਾਂਦਾ ਹੈ ਕਿ ਇਹ ਇਨਸਾਨ ਧਰਮ ਦੇ ਖੇਤਰ ਦੇ ਵਿੱਚ ਮਰ ਗਿਆ ਹੈ। ਹੁਣ ਇਹਦੇ ਵਿੱਚ ਜੋ ਵੀ ਸੰਤ ਮਹਾਪੁਰਸ਼ ਹਨ ਉਹ ਕਹਿੰਦੇ ਹਨ, ਜਿਸ ਮਰਨੇ ਤੇ ਜਗ ਡਰੇ। ਕਬੀਰ ਸਾਹਿਬ ਕਹਿੰਦੇ ਹਨ, ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਕਿ ਇਹ ਪਰਮਾਤਮਾ ਜਿਸ ਮਰਨ ਤੋਂ ਜਗ ਡਰਦਾ ਹੈ, ਮੇਰੇ ਮਨ ਆਨੰਦ ਹੈ। ਉਹ ਆਨੰਦ ਕਿਉਂ ਆ ਗਿਆ ਹੈ? ਉਹ ਮੌਤ ਤੋਂ ਆਨੰਦ ਕਿਸ ਤਰ੍ਹਾਂ ਬਣ ਗਈ ਹੈ? ਉਸ ਦਾ ਕਾਰਨ ਇਹ ਹੈ ਕਿ ਮੰਜ਼ਿਲ ਮਿਲ ਗਈ ਹੈ। ਉਸ ਪਰਮਾਤਮਾ ਦੇ ਨਾਲ ਜੋ ਭਗਤ ਮਿਲੇ ਹਨ, ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਮਿਲ ਗਈ ਹੈ। ਜਿਸ ਵੇਲੇ ਅਸੀਂ ਘਰ ਪਹੁੰਚ ਜਾਂਦੇ ਹਾਂ, ਅਸੀਂ ਰਸਤੇ ਤੋਂ ਕਿਨਾਰਾ ਕਰ ਜਾਂਦੇ ਹਾਂ। ਫਿਰ ਅਸੀਂ ਰਸਤੇ ਵੱਲ ਨਹੀਂ ਦੇਖਦੇ, ਕਿਸ ਰਸਤੇ ਆਏ ਹਾਂ, ਸਾਡਾ ਘਰ ਮਿਲ ਗਿਆ, ਸਾਡੀ ਮੰਜ਼ਿਲ ਮਿਲ ਗਈ ਹੈ। ਇਸੇ ਤਰ੍ਹਾਂ ਜਦੋਂ ਭਗਤਾਂ ਨੂੰ ਉਹ ਮੰਜ਼ਿਲ ਮਿਲ ਜਾਂਦੀ ਹੈ, ਉਹ ਜਿਹੜਾ ਮਰਨ ਦਾ ਡਰ, ਜੀਵਨ ਦੀ ਆਸ ਨਹੀਂ ਰਹਿੰਦੀ, ਜਿਉਣ ਦਾ ਕੋਈ ਚਾਹ ਨਹੀਂ ਰਹਿੰਦਾ, ਕਿਉਂਕਿ ਮੰਜ਼ਿਲ ਮਿਲ ਗਈ ਹੈ। ਉਸ ਪਰਮਾਤਮਾ ਤੱਕ ਜੋ ਪਹੁੰਚਣ ਦਾ ਰਸਤਾ ਸੀ ਉਹ ਮਿਲ ਗਿਆ ਹੈ। ਇਸ ਕਰਕੇ ਕਬੀਰ ਜੀ ਕਹਿੰਦੇ ਹਨ, ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਆਦਿ ਕਾਲ ਤੋਂ ਹੀ ਉਮਰ ਲੰਬੀ ਕਰਨ ਦਾ ਜੋ ਯਤਨ ਕੀਤੇ ਗਏ ਹਨ, ਵੈਦ ਹਕੀਮ ਜੋ ਸਨ,
ਕਈ ਵਾਰੀ ਗ੍ਰੰਥਾਂ ਦੇ ਵਿੱਚ ਅਮਰ ਫਲ ਦੀ ਵੀ ਦਾਸਤਾਨ ਆਉਂਦੀ ਹੈ ਕਿ ਉਹ ਜੋ ਅਮਰ ਫਲ ਹੈ ਉਸ ਦੇ ਖਾਣ ਦੇ ਨਾਲ ਇਨਸਾਨ ਅਮਰ ਹੋ ਜਾਂਦਾ ਹੈ, ਕਿਉਂਕਿ ਇਨਸਾਨ ਮਿਟਣਾ ਨਹੀਂ ਚਾਹੁੰਦਾ, ਇਨਸਾਨ ਖਤਮ ਨਹੀਂ ਹੋਣਾ ਚਾਹੁੰਦਾ। ਇਸ ਕਰਕੇ ਉਸਨੇ ਇਸ ਤਰ੍ਹਾਂ ਦੇ ਫਲਾਂ ਦਾ ਵੀ ਇਸਤੇਮਾਲ ਕੀਤਾ। ਬਹੁਤ ਸਾਰੇ ਵੈਦਾਂ ਨੇ ਜੋ ਆਪਣੀ ਸਾਰੀ ਉਮਰ ਹੈ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੀਆਂ ਜੜੀਆਂ ਬੂਟੀਆਂ ਨੂੰ ਲੱਭਣ ਦੇ ਵਿੱਚ ਲਗਾ ਦਿੱਤੀ, ਲੇਕਿਨ ਉਸ ਪਰਮਾਤਮਾ ਦੇ ਨਾਮ ਤੇ ਨਹੀਂ ਲਗਾਈ। ਜੋਗੀਆਂ ਨੂੰ ਦੇਖ ਲਓ, ਜੋਗੀ ਸਵਾਸਾਂ ਨੂੰ ਰੋਕ ਕੇ ਆਪਣੀ ਉਮਰ ਲੰਬੀ ਕਰਦੇ ਹਨ। ਹੁਣ ਸਵਾਸਾਂ ਨੂੰ ਰੋਕ ਲੈਣਾ, ਜ਼ਿੰਦਗੀ ਨੂੰ ਰੋਕ ਲੈਣਾ, ਇਹ ਤੇ ਉਸ ਤਰ੍ਹਾਂ ਹੋ ਗਿਆ ਜਿਸ ਤਰ੍ਹਾਂ ਇੱਕ ਅਮੀਰ ਆਦਮੀ ਆਪਣੀ ਪੂੰਜੀ ਨੂੰ ਜ਼ਮੀਨ ਦੇ ਵਿੱਚ ਦਬਾ ਦੇਵੇ। ਉਹ ਪੂੰਜੀਪਤੀ ਤੇ ਬਣਿਆ ਰਹੇਗਾ, ਪਰ ਉਹ ਜਿਹੜੀ ਪੂੰਜੀ, ਉਹ ਜਿਹੜੀ ਧਨ, ਉਹ ਸੰਪਤੀ ਹੈ, ਉਹ ਨਾ ਤੇ ਉਸਦੇ ਆਪਣੇ ਹੀ ਕੰਮ ਆਈ ਤੇ ਨਾ ਹੀ ਉਹ ਕਿਸੇ ਹੋਰ ਦੇ ਕੰਮ ਹੋਈ ਆਈ। ਇਸ ਤਰ੍ਹਾਂ ਉਮਰ ਨੂੰ ਵਧਾਉਣਾ ਜਿਹੜਾ ਹੈ ਉਹ ਅੱਛਾ ਨਹੀਂ ਹੈ। ਉਮਰ ਨੂੰ ਅੱਛਾ ਭੋਗਣਾ, ਅੱਛੇ ਤਰੀਕੇ ਨਾਲ ਧਰਮ ਦੇ ਰਸਤੇ ਤੇ ਚੱਲ ਕੇ ਭੋਗਣਾ, ਇਹਦੇ ਵਿੱਚ ਵਡਿਆਈ ਹੈ। ਉਸ ਤੋਂ ਅੱਗੇ ਗੁਰੂ ਸਾਹਿਬ ਕਹਿੰਦੇ ਹਨ, ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਤਰੈ। ਐ ਬੰਦੇ, ਤੇਰੀ ਚਾਰੇ ਜੁਗਾਂ ਤੋਂ ਵੀ ਵੱਧ 10 ਗੁਣਾ ਵੱਧ ਉਮਰ ਹੋ ਗਈ। ਨਵਾਂ ਖੰਡਾਂ ਵਿੱਚ ਤੂੰ ਜਾਣਿਆ ਗਿਆ, ਤੇਰਾ ਨਾਮ ਚੰਗਾ ਹੋ ਗਿਆ, ਜਸ ਜਗ ਦੇ ਵਿੱਚ ਤੇਰੀ ਕੀਰਤੀ ਹੋ ਗਈ। ਉਸ ਤੋਂ ਬਾਅਦ ਜੋ ਕਿਹਾ ਉਹਨਾਂ, ਜੇ ਤਿਸ ਨਜ਼ਰ ਨਾ ਆਵੇ, ਜੇ ਉਸ ਪਰਮਾਤਮਾ ਦੀ ਨਿਗਾਹ ਦੇ ਥੱਲੇ ਤੂੰ ਨਹੀਂ ਆਇਆ ਤਾਂ ਬਾਤ ਨਾ ਪੁੱਛੇ ਕਿ ਅੱਗੇ ਤੇਰੀ ਬਾਤ ਕਿਸੇ ਨੇ ਨਹੀਂ ਪੁੱਛਣੀ। ਕੀਟਾਂ ਅੰਦਰ ਕੀਟ ਕਰ, ਫਿਰ ਕੀ ਹੋਣਾ ਹੈ ਕਿ ਤੇਰਾ ਇੰਨਾ ਕੁਛ ਕਰਨ ਦਾ, ਉਸ ਪਰਮਾਤਮਾ ਨੂੰ ਯਾਦ ਨਾ ਕਰਨਾ ਤੇ ਸੰਸਾਰ ਦੇ ਵਿੱਚ ਉੱਚਾ ਉੱਠਣਾ, ਉਹਦੀ ਇੱਕ ਸਜ਼ਾ ਮਿਲੇਗੀ ਤੈਨੂੰ। ਕੀ ਸਜ਼ਾ ਮਿਲੇਗੀ? ਕੀਟਾਂ ਅੰਦਰ ਕੀਟ ਕਰ। ਜਿਹੜਾ ਗੰਦਗੀ ਦਾ ਕੀੜਾ ਹੈ, ਸਭ ਤੋਂ ਨਿਖਿੱਧ ਕੀੜਾ ਗਿਣਿਆ ਜਾਂਦਾ ਹੈ। ਕੀੜਿਆਂ ਦੀਆਂ ਜੋਨਾਂ ਹੋਰ ਵੀ ਨੇ, ਜਿਸ ਤਰ੍ਹਾਂ ਰੇਸ਼ਮ ਦਾ ਕੀੜਾ ਸ਼ਹਿਤੂਤ ਦੇ ਪੱਤੇ ਖਾਂਦਾ ਹੈ, ਰੇਸ਼ਮ ਨੂੰ ਉਗਲਦਾ ਹੈ, ਉਸ ਨੂੰ ਅਸੀਂ ਨਫ਼ਰਤ ਨਹੀਂ ਕਰ ਸਕਦੇ। ਲੇਕਿਨ ਜੋ ਬਿਸ਼ਟਾ ਦਾ ਕੀੜਾ ਹੈ, ਜੋ ਗੰਦਗੀ ਦੇ ਵਿੱਚ ਰਹਿੰਦਾ ਹੈ, ਗੰਦ ਹੀ ਖਾਂਦਾ ਹੈ, ਉਸ ਨੂੰ ਅਸੀਂ ਘਿਰਣਾ ਕਰਦੇ ਹਾਂ। ਇਹ ਬੰਦੇ, ਤੈਨੂੰ ਫਿਰ ਉਹ ਜੋਨੀ ਮਿਲੇਗੀ। ਕੀਟਾਂ ਅੰਦਰ ਕੀਟ ਕਰ, ਜੋ ਨਖਿੱਧ ਤੋਂ ਨਖਿੱਧ ਕੀੜਾ, ਜੋ ਗੰਦਗੀ ਦਾ ਕੀੜਾ ਹੈ, ਤੂੰ ਉਹ ਬਣੇਗਾ ਉਸ ਪਰਮਾਤਮਾ ਦੇ ਅੱਗੇ। ਜੇ ਤੂੰ ਇੰਨਾ ਕੁਛ ਪ੍ਰਾਪਤ ਕਰੇਗਾ ਪਰ ਉਸ ਪਰਮਾਤਮਾ ਦੀ ਯਾਦ ਤੈਨੂੰ ਨਹੀਂ ਆਏਗੀ। ਕਰ ਦੋਸ਼ੀ ਦੋਸ਼ ਧਰੇ, ਤੇਰੇ ਉੱਤੇ ਅਨੇਕਾਂ ਤਰ੍ਹਾਂ ਦੇ ਦੋਸ਼ ਲੱਗਣਗੇ। ਤੂੰ ਦੋਸ਼ੀ ਸਾਬਤ ਹੋਏਗਾ ਜੇ ਤੂੰ ਉਸ ਪਰਮਾਤਮਾ ਦਾ ਨਾਂ ਨਹੀਂ ਲੈਂਦਾ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਗੁਰੂ ਸਾਹਿਬ ਦੀ, ਉਸ ਅਕਾਲ ਪੁਰਖ ਦੀ ਦਿਆਲਤਾ ਬਹੁਤ ਵੱਡੀ ਹੈ। ਉਹਦੀ ਦਿਆਲਤਾ ਦਾ ਕੋਈ ਅੰਤ ਨਹੀਂ ਹੈ। ਇਨਸਾਨ ਨੇ ਕਿਤਨੇ ਵੀ ਪਾਪ ਕੀਤੇ ਹੋਣ, ਪਰਮਾਤਮਾ ਦੇ ਦਰਵਾਜ਼ੇ ਕਦੇ ਕਿਸੇ ਲਈ ਬੰਦ ਨਹੀਂ ਹੁੰਦੇ। ਅਗਰ ਉਹ ਦਰਵਾਜ਼ੇ ਨੂੰ, ਪਰਮਾਤਮਾ ਦੇ ਦਰਵਾਜ਼ੇ ਨੂੰ ਖੜਕਾ ਦੇਵੇ, ਉਸ ਨੂੰ ਯਾਦ ਕਰ ਲਵੇ, ਨਾਨਕ ਨਿਰਗੁਣ ਗੁਣ ਕਰੇ, ਉਹ ਉਸ ਨੂੰ, ਉਸ ਪਰਮਾਤਮਾ, ਉਹ ਪਰਮਾਤਮਾ ਉਸ ਨੂੰ ਗੁਣਾਂ ਦੇ ਨਾਲ ਭਰ ਦਿੰਦਾ ਹੈ। ਉਸ ਦੀ ਝੋਲੀ ਦੇ ਵਿੱਚ ਅਨੇਕਾਂ ਗੁਣ ਪਾ ਦਿੰਦਾ ਹੈ। ਗੁਣਵੰਤਿਆਂ ਗੁਣ ਦੇ, ਜਿਸ ਦੇ ਕੋਲ ਪਹਿਲਾਂ ਹੀ ਬਹੁਤ ਸਾਰੇ ਗੁਣ ਹਨ, ਉਸ ਨੂੰ ਹੋਰ ਗੁਣ ਦੇ ਕੇ ਨਿਵਾਜਦਾ ਹੈ। ਉਸ ਦੀ ਝੋਲੀ ਹੋਰ ਗੁਣਾਂ ਦੇ ਨਾਲ ਭਰ ਦਿੰਦਾ ਹੈ। ਜੇ ਕੋਈ ਇਨਸਾਨ ਆਪਣੀ ਝੋਲੀ ਵੱਡੀ ਕਰੇ, ਉਸ ਪਰਮਾਤਮਾ ਦਾ ਨਾਮ ਲਵੇ, ਉਸ ਦੀ ਕਿਰਪਾ ਦੇ ਵਿੱਚ ਰਵੇ, ਉਸ ਦੀ ਰਹਿਣੀ ਦੇ ਵਿੱਚ ਰਵੇ, ਉਸ ਦੀ ਰਜ਼ਾ ਦੇ ਵਿੱਚ ਰਵੇ, ਤੇ ਉਹਦੇ ਕੋਲੋਂ ਅਨੇਕਾਂ ਗੁਣਾਂ ਦੀ ਪ੍ਰਾਪਤੀ ਹੋ ਸਕਦੀ ਹੈ। ਜਿਸ ਤਰ੍ਹਾਂ ਸੰਸਾਰ ਦੇ ਵਿੱਚ ਸੂਰਜ ਜੋ ਹੈ ਸਾਰਿਆਂ ਨੂੰ ਪ੍ਰਕਾਸ਼ ਦੇ ਰਿਹਾ ਹੈ, ਉਹ ਸਾਰੇ ਹੀ ਗੁਣ, ਉਹ ਸਾਰਾ ਹੀ ਪ੍ਰਕਾਸ਼ ਉਸ ਸੂਰਜ ਦਾ ਹੈ। ਇਸ ਤਰ੍ਹਾਂ ਦੁਨੀਆ ਦੇ ਵਿੱਚ ਜਿਤਨੇ ਵੀ ਗੁਣ ਹਨ, ਉਸ ਪਰਿਪੂਰਨ ਪਰਮਾਤਮਾ ਦੇ ਹਨ। ਕੋਈ ਇਨਸਾਨ ਅੱਛਾ ਹੈ, ਕਿੱਥੋਂ ਸਾਬਤ ਹੁੰਦਾ ਹੈ? ਉਸ ਦੇ ਵਿੱਚ ਬਹੁਤ ਸਾਰੇ ਗੁਣ ਹਨ। ਗੁਣਾਂ ਦੇ ਪ੍ਰਗਟ ਹੋਣ ਦੇ ਕਾਰਨ ਹੀ ਉਹ ਇਨਸਾਨ ਅੱਛਾ ਹੁੰਦਾ ਹੈ। ਇਹ ਇਨਸਾਨ ਮਾੜਾ ਹੈ ਕਿਉਂ ਕਹਿ ਦਿੰਦੇ ਹਾਂ? ਉਸ ਦੇ ਵਿੱਚ ਜੇ ਗੁਣ ਨਹੀਂ ਹਨ ਤੇ ਉਸ ਨੂੰ ਅਸੀਂ ਗੁਣਾਂ ਤੋਂ ਰਹਿਤ ਇਨਸਾਨ ਨੂੰ ਜੋ ਅਸੀਂ ਕਹਿ ਦਿੰਦੇ ਹਾਂ, ਇਹ ਮਾੜਾ ਹੈ। ਕਿਉਂਕਿ ਜੋ ਪ੍ਰਤਿਸ਼ਠਾ ਹੈ, ਜੋ ਇੱਜ਼ਤ ਹੈ, ਜੋ ਮਾਣ ਹੈ, ਉਹ ਗੁਣਾਂ ਦੀ ਹੈ। ਤੇ ਉਹ ਗੁਣ ਇਨਸਾਨ ਨੂੰ ਕਿੱਥੋਂ ਪ੍ਰਾਪਤ ਹੁੰਦੇ ਹਨ? ਉਸ ਪਰਿਪੂਰਨ ਪਰਮਾਤਮਾ ਤੋਂ। ਉਹ ਪਰਮਾਤਮਾ ਇਤਨਾ ਦਇਆਲੂ ਹੈ, ਕੋਈ ਸਦੀਆਂ ਬਾਅਦ ਵੀ ਉਸ ਦਾ ਦਰਵਾਜ਼ਾ ਖਟਖਟਾ ਦੇਵੇ, ਉਹਦਾ ਦਰਵਾਜ਼ਾ ਕਿਸੇ ਲਈ ਬੰਦ ਨਹੀਂ ਹੁੰਦਾ। ਉਹ ਉਸ ਨੂੰ ਗੁਣਾਂ ਦੇ ਨਾਲ ਨਿਵਾਜਦਾ ਹੈ, ਗੁਣਾਂ ਨਾਲ ਭਰਪੂਰ ਕਰ ਦਿੰਦਾ ਹੈ। ਉਸ ਦੀ ਯਾਦ ਦੇ ਵਿੱਚ ਰਹਿਣ ਨਾਲ ਉਸ ਪਰਮਾਤਮਾ ਦੇ ਗੁਣ ਆ ਜਾਂਦੇ ਹਨ, ਔਰ ਜਿਨ੍ਹਾਂ ਵਿੱਚ ਪਹਿਲਾਂ ਗੁਣ ਹਨ ਉਹਨਾਂ ਨੂੰ ਹੋਰ ਗੁਣ ਦੇ ਕੇ ਨਿਵਾਜਦਾ ਹੈ।
तेहा कोई न सुझई जे तिस गुण कोई करे। गुरु नानक साहब ਕਹਿ ਰਹੇ ਹਨ ਕਿ ਮੈਂ ਸਾਰੇ ਸੰਸਾਰ ਦੇ ਵਿੱਚ ਨਿਗਾਹ ਮਾਰ ਕੇ ਦੇਖ ਲਿਆ ਹੈ, ਮੈਨੂੰ ਉਹਦੇ ਵਰਗਾ ਦਾਤਾ ਹੋਰ ਕੋਈ ਨਹੀਂ ਦਿਸਿਆ। ਤੇਹਾ ਕੋਏ ਨਾ ਸੁਝਈ, ਮੈਨੂੰ ਉਹਦੇ ਵਰਗਾ ਹੋਰ ਕੋਈ ਨਹੀਂ ਮਿਲਿਆ। ਉਸ ਪਰਮਾਤਮਾ ਵਰਗਾ, ਉਹ ਦਾਤਾ ਦੇਣ ਵਾਲਾ, ਉਹਦੇ ਵਰਗਾ ਮੈਨੂੰ ਕੋਈ ਨਹੀਂ ਦਿਸਿਆ। ਕਹਿੰਦੇ ਦੇਂਦਾ ਦੇ, ਲੈਂਦੇ ਥੱਕ ਪਾਏ। ਉਹ ਇਨਸਾਨ ਨੂੰ ਦੇ ਜਾਂਦਾ ਹੈ। ਕਈ ਵਾਰੀ ਕੀ ਹੈ, ਇਨਸਾਨ ਜਾਂ ਤਾਂ ਲੈਣ ਦੇ ਸਮਰੱਥ ਨਹੀਂ ਹੁੰਦਾ ਜਾਂ ਲੈਂਦਾ ਲੈਂਦਾ ਥੱਕ ਜਾਂਦਾ ਹੈ, ਪਰ ਉਹ ਪਰਮਾਤਮਾ ਹਮੇਸ਼ਾ ਹੀ ਦਿੰਦਾ ਰਹਿੰਦਾ ਹੈ, ਹਮੇਸ਼ਾ ਹੀ ਨਿਵਾਜਦਾ ਰਹਿੰਦਾ ਹੈ। ਕੋਈ ਉਸਦਾ ਨਾਮ ਲਵੇ ਤੇ ਸਹੀ, ਕੋਈ ਉਸਨੂੰ ਯਾਦ ਤਾਂ ਕਰੇ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਉਹਦੇ ਵਰਗਾ ਮੈਨੂੰ ਕੋਈ ਨਹੀਂ ਦੱਸਿਆ। ਤੇ ਇਸ ਤਰ੍ਹਾਂ ਹੈ, ਅਣ ਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸਮਾਲ ਜੀਓ। ਉਹ ਤੇ ਅਣਮੰਗਿਆ ਹੀ ਦਿੰਦਾ ਹੈ। ਜੇ ਕਿਸੇ ਇਨਸਾਨ ਕੋਲੋਂ ਅਸੀਂ ਕੁਝ ਮੰਗ ਲਈਏ ਤੇ ਉਹ ਸਾਨੂੰ ਇਨਕਾਰ ਕਰ ਦਿੰਦਾ ਹੈ, ਕਈ ਵਾਰੀ ਮੰਗਣ ਤੇ ਵੀ ਨਹੀਂ ਦਿੰਦਾ, ਪਰ ਉਹ ਪਰਿਪੂਰਨ ਪਰਮਾਤਮਾ, ਉਹ ਅਕਾਲ ਪੁਰਖ ਇਤਨਾ ਦਿਆਲੂ ਹੈ ਕਿ ਅਣਮੰਗਿਆ ਹੀ ਸਾਡੀਆਂ ਝੋਲੀਆਂ ਭਰ ਦਿੰਦਾ ਹੈ। ਮਾਂ ਬਾਪ ਸਾਨੂੰ ਦਾਨ ਵਿੱਚ ਮਿਲੇ ਨੇ, ਸੂਰਜ ਦੀ ਰੋਸ਼ਨੀ ਦਾਨ ਵਿੱਚ ਮਿਲੀ ਹੈ, ਧੀਆਂ ਪੁੱਤਰ ਅਣਮੰਗੇ ਮਿਲੇ ਨੇ। ਇਹ ਸਾਰੇ ਸੰਸਾਰ ਦੇ ਵਿੱਚ ਜੋ ਸਰੀਰ ਹੈ, ਜੋ ਅੰਗ ਹੈ, ਸਰੀਰ ਦੇ ਅੰਗ ਹਨ, ਅੱਖਾਂ ਹਨ, ਇਹ ਦੇਖਣ ਵਾਲੀਆਂ ਜੋ ਹਨ, ਕੰਨ ਸੁਣਨ ਨੂੰ ਹਨ, ਇਹ ਸਾਰੇ ਸਾਨੂੰ ਦਾਨ ਵਿੱਚ ਮਿਲੇ ਹਨ। ਦਾਤਾ ਕਿਸ ਨੂੰ ਕਹਿੰਦੇ ਹਨ? ਦਾਤ ਕਿਸ ਨੂੰ ਕਹਿੰਦੇ ਹਨ? ਦਾਤ ਉਹ ਜੋ ਸਾਨੂੰ ਮਿਲ ਜਾਵੇ ਪਰ ਸਾਨੂੰ ਉਸ ਦੇ ਬਦਲੇ ਦੇ ਵਿੱਚ ਕੁਝ ਨਾ ਦੇਣਾ ਪਵੇ, ਉਸ ਨੂੰ ਦਾਤ ਕਹਿੰਦੇ ਹਨ। ਤੇ ਇਹੀ ਦਾਤਾਂ ਜੋ ਹੈ ਉਹ ਪਰਮਾਤਮਾ ਸਾਨੂੰ ਦੇ ਕੇ ਨਿਵਾਜਦਾ ਹੈ। ਅਸੀਂ ਹੀ ਨਾ ਸ਼ੁਕਰਗੁਜ਼ਾਰ ਹਾਂ। ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਕਿ ਕਹਿੰਦੇ ਹਨ, ਮਰਨ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪਿਤ ਪਾਲੀਐ, ਲਿਖੈ ਸਾਸ ਗਿਰਾਸ। ਉਹ ਪਰਿਪੂਰਨ ਪਰਮਾਤਮਾ, ਉਸ ਨੂੰ ਯਾਦ ਕਰ, ਤੈਨੂੰ ਮਰਨ ਦੀ ਚਿੰਤਾ ਨਹੀਂ, ਕਿਉਂਕਿ ਜਦੋਂ ਤੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਵੇਂਗਾ, ਤੈਨੂੰ ਨਾ ਮਰਨ ਦਾ ਡਰ ਰਹਿਣਾ ਹੈ, ਨਾ ਤੈਨੂੰ ਜੀਵਨ ਦੀ ਆਸ ਦੀ ਕੋਈ ਗੱਲ ਹੈ ਕਿ ਮੈਂ ਕਿਤਨਾ ਚਿਰ ਜੀਵਾਂ, ਕਿਉਂਕਿ ਉਸ ਪਰਮਾਤਮਾ ਦਾ ਨਾਮ, ਉਸ ਦੀ ਸ਼ਕਤੀ, ਉਸ ਦੇ ਗੁਣ ਜਦੋਂ ਤੇਰੇ ਵਿੱਚ ਆ ਗਏ, ਉਸ ਵੇਲੇ ਇਨਸਾਨ ਇਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਜਾਂਦਾ ਹੈ। ਉਸ ਦੇ ਲਈ ਨਾ ਤੇ ਸਾਨੂੰ 4 ਯੁੱਗਾਂ ਤੱਕ ਜੀਣ ਦੀ ਲੋੜ ਹੈ, ਨਾ ਸਾਨੂੰ ਦੁਨੀਆ ਦੀ ਪ੍ਰਤਿਸ਼ਠਾ ਦੀ ਲੋੜ ਹੈ। ਸਾਨੂੰ ਸਿਰਫ ਉਸ ਸੱਚੇ ਪਿਤਾ ਨਾਲ, ਉਸ ਪਰਿਪੂਰਨ ਪਰਮਾਤਮਾ ਦੇ ਨਾਲ ਹੀ ਜੁੜਨ ਦੀ ਲੋੜ ਹੈ। ਇਸ ਦੇ ਵਿੱਚ ਗੁਰੂ ਸਾਹਿਬ ਨੇ 7ਵੀਂ ਪੌੜੀ ਦੇ ਵਿੱਚ ਇਹ ਹੀ ਸਿੱਖਿਆ ਦਿੱਤੀ ਹੈ ਕਿ ਇਹ ਬੰਦੇ, ਜਿਹੜੀਆਂ ਤੇਰੀਆਂ ਭੁੱਖਾਂ ਤੇਰੇ ਮਨ ਦੇ ਵਿੱਚ ਹਨ, ਲੰਬੀ ਉਮਰ ਦੀਆਂ, ਦੂਸਰਿਆਂ ਦੇ ਵਿੱਚ ਪ੍ਰਤਿਸ਼ਠਾ ਹੋਣ ਦੀ, ਆਪਣਾ ਨਾਉ ਚੰਗਾ ਕਰਨ ਲਈ, ਜੱਗ ਦੇ ਵਿੱਚ ਕੀਰਤ ਲੈਣ ਲਈ, ਇਹ ਤੇਰੇ ਕਿਸੇ ਕੰਮ ਨਹੀਂ ਆਉਣੇ। ਜੇ ਤੂੰ ਪਰਮਾਤਮਾ ਦੀ ਨਿਗਾਹ ਦੇ ਥੱਲੇ ਨਾ ਆਇਆ ਤਾਂ ਇਹ ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ, ਤੈਨੂੰ ਗੰਦਗੀ ਦਾ ਕੀੜਾ ਬਣਾ ਦੇਣਗੇ। ਇਸ ਲਈ ਆਪਣੀ ਮਤ ਨੂੰ ਸਵਾਰ, ਉਸ ਪਰਮਾਤਮਾ ਦਾ ਦਰਵਾਜ਼ਾ ਖਟਖਟਾ, ਉਸ ਦੀ ਯਾਦ ਵਿੱਚ ਰਹਿ, ਉਹ ਤੇਰੇ ਵਿੱਚ ਗੁਣ ਭਰ ਦੇਵੇਗਾ। ਜਿਤਨੇ ਵੀ ਗੁਣ ਤੈਨੂੰ ਚਾਹੀਦੇ ਹਨ ਉਹ ਪਰਮਾਤਮਾ ਦੇਵੇਗਾ। ਉਸ ਦੀ ਯਾਦ ਨੂੰ ਹਿਰਦੇ ਵਿੱਚ ਲਿਆ। ਜੇ ਤੇਰੀ ਧਾਰਮਿਕ ਮੌਤ ਨਹੀਂ ਹੋਵੇਗੀ ਤੇ ਦੂਸਰੀਆਂ ਮੌਤਾਂ ਦਾ ਤੇਰੇ ਤੇ ਕੋਈ ਅਸਰ ਨਹੀਂ ਹੋਵੇਗਾ। ਔਰ ਉਹੀ ਪਰਮਾਤਮਾ ਹੈ ਜੋ ਸਭ ਨੂੰ ਸਭ ਕੁਝ ਦਿੰਦਾ ਹੈ। ਉਸ ਨੂੰ ਅਸੀਂ ਵਿਸਾਰਨਾ ਨਹੀਂ ਹੈ, ਉਸ ਨੂੰ ਮਨ ਦੇ ਵਿੱਚ ਵਸਾ ਕੇ ਅਸੀਂ ਇਹ ਜੋ ਸਾਡੀ ਬੁਨਿਆਦੀ ਭੁੱਖ ਹੈ, ਇਸ ਨੂੰ ਮਿਟਾ ਕੇ ਦੁਨੀਆ ਤੋਂ ਉੱਪਰ ਉੱਠ ਕੇ ਉਸ ਪਰਿਪੂਰਨ ਪਰਮਾਤਮਾ ਦੇ ਚਰਨਾਂ ਨਾਲ ਜੁੜਨਾ ਹੈ। ਇਹ ਗੁਰੂ ਸਾਹਿਬ ਜੀ ਨੇ 7ਵੀਂ ਪੌੜੀ ਦੇ ਵਿੱਚ ਦੱਸਿਆ ਹੈ। ਆਪ ਸਾਧ ਸੰਗਤ ਉਸ ਗੁਰੂ ਦੇ ਨਾਲ ਜੁੜ ਕੇ, ਉਸ ਦੀ ਬਾਣੀ ਨਾਲ ਜੁੜ ਕੇ, ਜਿਤਨਾ ਵੀ ਸਮਾਂ ਜੀਵਨ ਦੇ ਵਿੱਚ ਮਿਲਦਾ ਹੈ, ਥੋੜੇ ਤੋਂ ਥੋੜਾ, ਬਹੁਤੇ ਤੋਂ ਬਹੁਤਾ, ਜਿੰਨਾ ਵੀ ਸਮਾਂ ਹੈ, ਆਪ ਗੁਰਬਾਣੀ ਪੜ੍ਹੋ, ਆਪਣੇ ਬੱਚਿਆਂ ਦੇ ਨਾਲ ਬੈਠ ਕੇ ਗੁਰਬਾਣੀ ਪੜ੍ਹੋ, ਤਾਂ ਕਿ ਸਾਡਾ ਜੀਵਨ ਸਫਲਾ ਹੋ ਸਕੇ, ਉਸ ਪਰਮਾਤਮਾ ਦੀ ਨਿਗਾਹ ਦੇ ਥੱਲੇ ਆ ਸਕੀਏ। ਕਿਉਂਕਿ ਉਸ ਪਰਮਾਤਮਾ ਦੀ ਨਿਗਾਹ ਦੇ ਥੱਲੇ ਆਉਣ ਦੇ ਨਾਲ ਹੀ ਸਾਡਾ ਜੀਵਨ ਸਫਲ ਹੋ ਸਕਦਾ ਹੈ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਦੀ ਅਗਾਧ ਬੋਧ ਬਾਣੀ ਹੈ, ਬਹੁਤ ਉੱਚੀ ਬਾਣੀ ਹੈ, ਬਹੁਤ ਮਿੱਠੀ ਬਾਣੀ ਹੈ, ਗਹਿਰੀ ਬਾਣੀ ਹੈ। ਇਸ ਨੂੰ ਪੜ੍ਹਦਿਆਂ, ਇਸ ਦੀ ਵਿਆਖਿਆ ਕਰਦਿਆਂ, ਦਾਸ ਬਹੁਤ ਮਤ ਛੋਟੀ ਹੈ, ਮੂਰਖ ਹੈ ਜੋ ਗੁਰਬਾਣੀ ਬਾਰੇ ਕੁਝ ਨਹੀਂ ਜਾਣਦਾ। ਪਰਮ ਪਿਤਾ ਮਾਫ ਕਰ ਦੇਵੇ, ਉਹ ਮੇਰੀਆਂ ਗਲਤੀਆਂ ਨੂੰ ਮਾਫ ਕਰ ਦੇਵੇ। ਆਪ ਸਾਧ ਸੰਗਤ ਜੋ ਹੈ, ਅਰਦਾਸ ਕਰੋ, ਗਲਤੀਆਂ ਨੂੰ ਬਖਸ਼ ਕੇ, ਗਲਤੀਆਂ ਮੇਰੀ ਝੋਲੀ 'ਚ ਪਾ ਕੇ, ਆਪ ਉਸ ਪਰਮ ਪਿਤਾ ਦੀ ਜੋ ਗੁਰਬਾਣੀ ਹੈ
ਉਹਨੂੰ ਆਪਣੀ ਰੂਹ ਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਸਫਲਾ ਕਰੋ। ਮੇਰੀਆਂ ਗਲਤੀਆਂ ਮੇਰੀ ਝੋਲੀ 'ਚ ਪਾ ਦੇਣੀਆਂ। ਅਰਦਾਸ ਕਰਨੀ, ਆਪ ਦੇ ਚਰਨਾਂ ਦੀ ਧੂੜ ਜੋ ਮੇਰੇ ਮਸਤਕ ਤੇ ਲੱਗਦੀ ਰਹੇ, ਉਸ ਪਰਮਾਤਮਾ ਦੇ ਗੁਣ ਗਾਉਂਦਾ ਰਹਾਂ। ਆਪ ਇਹ ਅਰਦਾਸ ਕਰਨੀ ਔਰ ਉਸ ਪਰਮਾਤਮਾ ਅੱਗੇ ਅਰਦਾਸ ਕਰਨੀ ਕਿ ਆਪ ਸਭ ਦੀਆਂ ਜ਼ਿੰਦਗੀਆਂ ਵਿੱਚ ਵੀ, ਸਾਰਿਆਂ ਦੀਆਂ ਜ਼ਿੰਦਗੀਆਂ ਗੁਰਬਾਣੀ ਨੂੰ ਵਸਾ ਕੇ ਸਾਡੇ ਜੀਵਨ ਨੂੰ ਸਫਲ ਕਰੇ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ।